असलामुअलैकुम दोस्तों, मैं हाँ मुहम्मद समी विरक ਤੇ ਅੱਜ ਤੁਸੀਂ ਸੁਣੋਗੇ ਪੰਜਾਬੀ ਨਾਵਲ ਸੁੰਦਰੀ ਦਾ ਚੌਥਾ ਹਿੱਸਾ। ਜਦੋਂ ਤੱਕ ਟਾਂਗਾ ਨਜ਼ਰਾਂ ਤੋਂ ਓਹਲੇ ਨਾ ਹੋ ਗਿਆ, ਗੁਰਦਈ ਟਾਂਗੇ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਵੇਖਦੀ ਰਹੀ ਤੇ ਫਿਰ ਗੁਰਦਈ ਅੰਦਰ ਲੰਘ ਗਈ। ਕੋਠੜੀ ਦੇ ਪਿਛਲੇ ਪਾਸੇ ਪੰਡਤ ਹਰਾਂ ਦਾ ਪੂਜਾ ਸਥਾਨ ਸੀ। ਪੰਡਤ ਹਰੀ ਪੂਜਾ ਲਈ ਜਾਂਦੇ ਹੋਏ ਗੁਰਦਈ ਨੂੰ ਕਹਿ ਗਏ, ਪੁੱਤਰੀ ਉਹ ਸਾਹਮਣੇ ਪੀੜੀ ਤੇ ਬੈਠ ਜਾ, मैं पूजा पाठ कर ਲਾਂ ਤੇ ਫਿਰ ਤੇਰੀ ਗੱਲ ਸੁਣਨਾ। ਗੁਰਦਈ ਸੁੰਗੜ ਕੇ ਇੱਕ ਨੁੱਕਰ 'ਚ ਭੁੰਜੇ ਬੈਠ ਗਈ ਤੇ ਪੰਡਤ ਹਰੀ ਪੂਜਾ ਪਾਠ ਵਿੱਚ ਰੁੱਝ ਗਏ। ਪੰਡਤ ਹਰੀ ਕਾਫੀ ਦੇਰ ਪੂਜਾ ਪਾਠ ਕਰਦੇ ਰਹੇ ਤੇ ਫਿਰ ਆਖਰ ਕਿਸੇ ਮੰਤਰ ਦਾ ਪਾਠ ਕਰਦੇ ਹੋਏ ਹੌਲੀ ਹੌਲੀ ਗੁਰਦਈ ਦੇ ਕੋਲ ਆ ਕੇ ਬੈਠ ਗਏ ਤੇ ਫਿਰ ਬੋਲੇ, ਹਾਂ ਪੁੱਤਰੀ ਦੱਸ ਕੀ ਕਹਿਣਾ ਚਾਹੁੰਦੀ ਹੈ। ਗੁਰਦਈ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਤੀਲੇ ਨਾਲ ਜ਼ਮੀਨ ਖੋਤਰਦੀ ਹੋਈ ਬੋਲੀ, ਜੀ ਪੰਡਤ ਜੀ, ਤੁਹਾਡੇ ਤੋਂ ਕੋਈ ਛੁਪਿਆ ਹੈ। ਪੰਡਤ ਹਰੀ ਵੱਡਾ ਸਾਰਾ ਡਕਾਰ ਲੈਣ ਤੋਂ ਬਾਅਦ ਲੰਮੀ ਸਾਹ 'ਚ ਹਰੀ ਓਮ ਬੋਲਦਿਆਂ ਹੋਇਆਂ ਢਿੱਡ ਤੇ ਹੱਥ ਮਾਰਦੇ ਹੋਏ ਬੋਲੇ, ਹਾਂ ਮੈਨੂੰ ਰਾਮ ਸਿੰਘ ਨੇ ਦੱਸਿਆ ਸੀ ਕਿ ਕਰਮਚੰਦ ਨੇ ਤੈਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਏ। ਮੈਨੂੰ ਪੂਜਾ ਪਾਠ ਵਿੱਚ ਰੁੱਝਿਆ ਹੋਣ ਕਰਕੇ ਉਹਨਾਂ ਪਾਸਿਓਂ ਪੁੱਛਣ ਦੀ ਵੇਲ ਹੀ ਨਹੀਂ ਲੱਗੀ। ਓ ਹਰੀ ਓਮ ਸੰਗਦੀ ਗੁਰਦਈ ਬੋਲੀ, ਜੀ ਤੁਹਾਨੂੰ ਚੇਤਾ ਨਹੀਂ ਰਿਹਾ ਹੋਣਾ, ਉਸ ਵੇਲੇ ਤੇ ਤੁਸੀਂ ਉੱਥੇ ਹੀ ਸੀ ਜਦੋਂ ਤੁਸੀਂ ਕਰਮਚੰਦ ਦੇ ਕੰਨ ਵਿੱਚ ਕੁਝ ਕਹਿ ਰਹੇ ਸੋ। ਹੱਥ ਦੀ ਉਂਗਲੀ ਦੇ ਨਾਲ ਸਿਰ ਦੀ ਪੁੜਪੜੀ ਨੂੰ ਟਟੋਲਦਿਆਂ ਹੋਇਆਂ ਪੰਡਤ ਹਰੀ ਬੋਲੇ, ਮਾਨੋ ਕਿਸੇ ਭੁੱਲੀ ਹੋਈ ਗੱਲ ਨੂੰ ਯਾਦ ਕਰਦਿਆਂ ਹੋਇਆਂ, ਹਾਂ ਯਾਦ ਆਇਆ। ਸ਼ਿਵ ਸ਼ਿਵ ਸ਼ਿਵ, ਦਿਮਾਗ ਕਿੰਨਾ ਦੁਰਬਲ ਹੋ ਗਿਆ, ਕੁਝ ਵੀ ਯਾਦ ਨਹੀਂ ਰਹਿੰਦਾ। ਹੁਣ ਰਾਤ ਦੀ ਖਾਧੀ ਹੋਈ ਰੋਟੀ ਦਾ ਵੀ ਚੇਤਾ ਨਹੀਂ ਰਹਿੰਦਾ। ਠੀਕ ਹੈ ਆ ਗਿਆ ਚੇਤਾ। ਮੈਂ ਉਸ ਵੇਲੇ ਪੂਜਾ ਪਾਠ ਦੀ ਸਮੱਗਰੀ ਲਿਆ ਰਿਹਾ ਸਾਂ ਜਦੋਂ ਤੁਹਾਡੇ ਘਰ ਅੱਗੋਂ ਦੀ ਲੰਘਿਆ ਤੇ ਰੌਲੇ ਦੀ ਆਵਾਜ਼ ਆਈ। ਮੈਂ ਹੀ ਉਹਦੇ ਕੰਨ ਵਿੱਚ ਕਿਹਾ ਸੀ ਕਿ ਇਸ ਅਬਲਾ ਨਾਰੀ ਤੇ ਇੰਨਾ ਅਤਿਆਚਾਰ ਨਾ ਕਰੋ ਤੇ ਇਸ ਦਾ ਹਿੱਸਾ ਵੰਡ ਕੇ ਇਸ ਦੇ ਹਵਾਲੇ ਕਰ ਦਿਓ, ਪਰ ਉਹ ਦੁਸ਼ਟ ਤੇ ਕਿਸੇ ਦੀ ਮੰਨਦਾ ਹੀ ਨਹੀਂ ਸੀ। ਪਰ ਤੂੰ ਦੱਸ ਉਸ ਤੋਂ ਬਾਅਦ ਫਿਰ ਕੀ ਹੋਇਆ ਸੀ। ਗੁਰਦਈ ਨੇ ਉਸ ਵੇਲੇ ਤੋਂ ਲੈ ਕੇ ਤੇ ਹੁਣ ਤੱਕ ਦੀ ਕੁੱਲ ਆਪ ਬੀਤੀ ਸੁਣਾ ਦਿੱਤੀ। ਅਬਦੁਲ ਗਫੂਰ ਤੇ ਉਹਦੀ ਵਾਲਦਾ ਦੀ ਮਿਹਰਬਾਨੀ ਦੀ ਕਹਾਣੀ ਸੁਣ ਕੇ ਪੰਡਤ ਹਰੀ ਗੁੱਸੇ ਦੇ ਨਾਲ ਬੁੱਲ ਟੁੱਕਦੇ ਹੋਏ ਬੋਲੇ, ਪੁੱਤਰੀ ਤੂੰ ਹਜੇ ਇਹਨਾਂ ਲੋਕਾਂ ਦੀਆਂ ਚਾਲਾਂ ਨਹੀਂ ਸਮਝਦੀ। ਉਹਨਾਂ ਤੇਰਾ ਧਰਮ ਵਿਗਾੜ ਦਿੱਤਾ ਈ। ਅਜੇ ਹੋਰ ਉਹਨਾਂ ਨੇ ਪਤਾ ਨਹੀਂ ਤੇਰੇ ਨਾਲ ਕੀ ਸ਼ੈਤਾਨਪੂਣਾ ਕਰਨਾ ਸੀ। ਮੈਨੂੰ ਕੱਲ ਜਿਸ ਵੇਲੇ ਪਤਾ ਲੱਗਾ ਨਾ ਕਿ ਉਸ ਪਿੰਡ ਦਾ ਕੋਈ ਮੁਸਲਮਾਨ ਤੈਨੂੰ ਬੇਹੋਸ਼ੀ ਦੀ ਹਾਲਤ 'ਚ ਚੁੱਕ ਕੇ ਲੈ ਗਿਆ, ਮੇਰੀ ਤਾਂ ਰੂਹ ਸੁੰਨ ਹੋ ਗਈ। ਇੱਕ ਹਿੰਦੂ ਕੰਨਿਆ ਉੱਤੇ ਇੰਨਾ ਅਤਿਆਚਾਰ। ਤੇ ਫਿਰ ਮੈਂ ਉਸੇ ਵੇਲੇ ਇੱਕ ਆਪਣੇ ਨੌਕਰ ਨੂੰ ਘੋੜੀ ਦੇ ਕੇ ਭਜਾਇਆ ਕਿ ਉਹਨਾਂ ਨੂੰ ਆਖ ਜਾ ਕੇ ਕਿ ਐਸੇ ਵੇਲੇ ਉਸ ਕੁੜੀ ਨੂੰ ਸਾਡੇ ਹਵਾਲੇ ਕਰੋ, ਨਹੀਂ ਤੇ ਸਾਰੇ ਪਿੰਡ ਦੀ ਸਖਤੀ ਆ ਜਾਏਗੀ। ਬਸ ਇਹ ਗੱਲ ਸੁਣਨ ਦੀ ਦੇਰ ਸੀ, ਉਹ ਤੈਨੂੰ ਮੇਰੇ ਹਵਾਲੇ ਕਰ ਗਏ। ਹਰੀ ਓਮ। ਗੁਰਦਈ ਗੱਲ ਸੁਣ ਕੇ ਥੋੜੀ ਜਿਹੀ ਜੋਸ਼ ਵਿੱਚ ਆ ਗਈ। ਉਹ ਕੁਝ ਬੋਲਦੀ ਰੁਕ ਗਈ ਤੇ ਫਿਰ ਆਪਣੀ ਜ਼ੁਬਾਨ ਤੇ ਕਾਬੂ ਕਰਦੀ ਹੋਈ ਬੋਲੀ, ਜੀ ਉਹਨਾਂ ਨੂੰ ਤੇ ਮੈਂ ਹੀ ਕਿਹਾ ਸੀ ਮੈਨੂੰ ਮੇਰੇ ਘਰ ਨਾ ਛੱਡ ਕੇ ਆਇਓ ਜੇ, ਮੈਨੂੰ ਪੰਡਤ ਹਰਾਂ ਕੋਲ ਛੱਡ ਆਵੋ। ਮੈਂ ਸੋਚਿਆ ਜਦੋਂ ਤੁਸੀਂ ਕਰਮਚੰਦ ਨੂੰ ਸਮਝਾਓਗੇ ਤੇ ਉਹ ਆਪੇ ਹੀ ਮੰਨ ਜਾਵੇਗਾ। ਠੀਕ ਹੈ, ਤੂੰ ਵੀ ਕਿਹਾ ਤੇ ਮੇਰਾ ਵੀ ਸੁਨਾਹ ਪਹੁੰਚਿਆ ਸੀ ਤੇ ਆਪੇ ਹੀ ਉਹਨਾਂ ਛੱਡ ਕੇ ਜਾਣਾ ਸੀ। ਅੱਛਾ ਚੱਲ, ਜੋ ਹੋਇਆ ਸੋ ਹੋਇਆ। ਹੁਣ ਤੂੰ ਦੱਸ ਤੂੰ ਕੀ ਚਾਹੁੰਦੀ ਹੈ। ਜੀ ਮੈਨੂੰ ਮੇਰਾ ਹਿੱਸਾ ਦਵਾ ਦਿਓ, ਪਰ ਜੇ ਤੂੰ ਅੱਗੇ ਵਾਂਗਰ ਹੀ ਟਿਕੀ ਰਵੇਂ ਤੇ ਫੇਰ ਕੀ ਹਰਜ ਹੈ। ਜੀ ਉਹ ਮੈਨੂੰ ਜਿਉਣ ਨਹੀਂ ਦੇ ਦਿੰਦੇ। ਕੁਝ ਸੋਚ ਕੇ ਪੰਡਤ ਹਰੀ ਫਿਰ ਬੋਲੇ, ਤੂੰ ਇੰਜ ਕਰ, ਉਤਲੀ ਬੈਠਕ 'ਚ ਚੱਲ ਕੇ ਬਹਿ ਤੇ ਮੈਂ ਹੁਣੇ ਉਹਨਾਂ ਨੂੰ ਸੱਦਣਾ। ਗੁਰਦਈ ਸਿਰ ਨੀਵਾਂ ਕਰਕੇ ਉੱਪਰ ਵਾਲੇ ਕਮਰੇ 'ਚ ਚਲੀ ਗਈ ਤੇ ਪੰਡਤ ਹਰੀ ਰਾਮਨਾਮੀ ਦਾ ਪਰਨਾ ਮੋਢੇ ਤੇ ਸੁੱਟ ਕੇ ਖੜਾਵਾਂ ਪੈਰੀ ਪਾ ਕੇ ਤੇ ਬਾਹਰ ਨਿਕਲ ਗਏ। ਥੋੜੀ ਦੇਰ ਬਾਅਦ ਹੀ ਲਾਲਾ ਕਰਮਚੰਦ ਦੀ ਦਿਉੜੀ ਵਿੱਚ ਪੰਚਾਇਤ ਦੀ ਇੱਕ ਮਹਿਫਲ ਹੋ ਰਹੀ ਸੀ।
ਜਿਸ ਦੇ ਕਰਤਾ ਧਰਤਾ ਸਾਡੇ ਪੰਡਤ ਜੀ ਮਹਾਰਾਜ ਸਨ। ਚੌਧਰੀ ਸਾਹਿਬ ਦਿੱਤਾ ਮੱਲ ਜੀ ਨੇ ਹੁੱਕੇ ਦਾ ਮੂੰਹ ਫੇਰਦਿਆਂ ਹੋਇਆਂ ਖੰਘ ਕੇ ਇੱਕ ਸੂਟਾ ਲਾਉਂਦਿਆਂ ਹੋਇਆਂ ਕਿਹਾ, ਹਾਂ ਬਾਈ ਕਰਮਚੰਦ, ਕੀ ਬਣਿਆ ਬਾਈ ਉਸ ਮਾਮਲੇ ਦਾ ਫਿਰ? ਕਰਮਚੰਦ ਪੱਗ ਨੂੰ ਖੁਰਕਦਾ ਹੋਇਆ ਬੋਲਿਆ, ਚੌਧਰੀ ਜੀ ਸਾਰਾ ਮਾਮਲਾ ਤੇ ਤੁਹਾਡੇ ਸਾਹਮਣੇ ਹੀ ਹੋਇਆ ਸੀ। ਅੱਜ ਪੰਡਤ ਹਰੀ ਲਿਆਏ ਜੇ ਨਵਾਂ ਸਮਾਚਾਰ, ਇਹ ਵੀ ਸੁਣ ਲਵੋ। ਇੰਨੇ ਚਿਰ ਨੂੰ ਪੰਡਤ ਹਰੀ ਡਕਾਰ ਲੈ ਕੇ ਹਰੀਓਮ ਦੀ ਲੰਮੀ ਹੋਕ ਲਾਉਂਦਿਆਂ ਹੋਇਆਂ ਬੋਲੇ, ਚੌਧਰੀ ਜੀ ਕੀ ਦਸੀਏ, ਗੱਲ ਕੋਈ ਦੱਸਣ ਜੋਗੀ ਰਹਿ ਗਈ ਏ। ਹੁਣ ਤੇ ਘੋਰ ਕਲੂਕਾਰ ਆ ਗਿਆ। ਅਸੀਂ ਤੇ ਦੋਵੇਂ ਵੇਲੇ ਪੂਜਾ ਪਾਠ ਕਰਦੇ ਹਾਂ ਤੇ ਰਾਮ ਜੀ ਅੱਗੇ ਹੱਥ ਜੋੜਦੇ ਹਾਂ ਤੇ ਉਹਦਾ ਸ਼ੁਕਰ ਕਰਦੇ ਹਾਂ। ਐਦੂ ਪਿੱਛੇ ਤੇ ਜਿੰਨੀ ਜ਼ਿੰਦਗੀ ਲੰਘੀ ਸੀ ਸਾਰੀ ਸੁੱਖ ਸ਼ਾਂਤ ਨਾਲ ਲੰਘ ਗਈ ਸੀ। ਕਦੀ ਇਹੋ ਜਿਹਾ ਮਾਮਲਾ ਨਹੀਂ ਸੀ ਦੇਖਿਆ। ਪਰ ਪਤਾ ਨਹੀਂ ਕਿਸਮਤ 'ਚ ਹੋਰ ਕੀ ਵੇਖਣਾ ਲਿਖਿਆ ਤੇ ਕਿਸ ਤਰ੍ਹਾਂ ਦਾ ਵੇਖਣਾ ਲਿਖਿਆ। ਸਾਰੇ ਮਹਿਫਲ ਦੇ ਬੰਦੇ ਨਵੀਂ ਖਬਰ ਸੁਣਨ ਲਈ ਕਾਹਲੇ ਪਏ ਹੋਏ ਸਨ ਤੇ ਸਾਰੇ ਬੋਲਣ ਲੱਗ ਪਏ, ਹਾਂਜੀ ਹਾਂਜੀ ਮਹਾਰਾਜ, ਦੱਸੋ ਗੱਲ ਕੀ ਹੋਈ ਹੈ, ਗੱਲ ਤੇ ਦੱਸੋ। ਪੰਡਤ ਹਰੀ ਗੁੱਸੇ ਨਾਲ ਬੋਲੇ, ਭਾਈ ਦੱਸੀਏ ਕੀ ਅਸੀਂ, ਇਹ ਤੁਹਾਡੇ ਸਾਰੇ ਗੁਨਾਹਾਂ ਦਾ ਫਲ ਏ। ਦਿਨ ਬ ਦਿਨ ਧਰਮ ਤੋਂ ਦੂਰ ਹੁੰਦੇ ਜਾਂਦੇ ਹੋ ਤੁਸੀਂ ਲੋਕ ਤੇ ਗੁਨਾਹਾਂ ਵਿੱਚ ਡੁੱਬਦੇ ਜਾਂਦੇ ਹੋ ਪਏ। ਤੇ ਫਿਰ ਧਰਤੀ ਤੇ ਇਹੋ ਜਿਹੇ ਜ਼ੁਲਮ ਨਾ ਹੋਣ ਤੇ ਹੋਰ ਕੀ ਹੋਵੇ। ਸ਼ਿਵ ਸ਼ਿਵ ਸ਼ਿਵ। ਥੋੜ੍ਹਾ ਜਿਹਾ ਚਿਰ ਚੁੱਪ ਰਹਿ ਕੇ ਫਿਰ ਧਰਮਚੰਦ ਨੂੰ ਮੁਖਾਤਬ ਕਰਦਿਆਂ ਹੋਇਆਂ ਬੋਲੇ, ਉਹ ਭਲਿਆ ਲੋਕਾ, ਅਸਾਂ ਇੱਕ ਵਾਰੀ ਨਹੀਂ ਤੈਨੂੰ ਕਈ ਵਾਰੀ ਸਮਝਾਇਆ, ਉਸ ਨੀਚ ਔਰਤ ਦਾ ਕੋਈ ਸਾਂਭਾ ਕਰ। ਅਖੀਰ ਉਹੀ ਹੋ ਕੇ ਰਿਹਾ ਈ ਜਿਸ ਦੀ ਸਾਨੂੰ ਉਮੀਦ ਸੀ। ਉਹ ਕੁਲਟਾ ਜਾ ਵਸੀ ਜੇ ਮੁਸਲਮਾਨਾਂ ਦੇ ਘਰ। ਜਿਸ ਵੇਲੇ ਦੀ ਗੱਲ ਸੁਣੀ ਹੈ ਰਾਮ ਗਵਾਹ ਏ, ਮੇਰੀ ਤਾਂ ਰੱਤ ਸੁੱਕੀ ਜਾਂਦੀ ਹੈ ਪਈ। ਸਾਡੇ ਹੁੰਦਿਆਂ ਹੀ ਧਰਤੀ ਤੇ ਇਹੋ ਜਿਹੇ ਜ਼ੁਲਮ ਹੋਣ ਲੱਗੇ ਤੇ ਦੁਦਕਾਰ ਹੈ ਸਾਡੇ ਉੱਤੇ। ਹਰੀ ਓਮ। ਪੰਡਤ ਹਰਾਂ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਬੋਲ ਉੱਠੇ, ਧੰਨੋ ਪੰਡਤ ਜੀ, ਤੁਸੀਂ ਧੰਨੋ। ਫਿਰ ਪੰਡਤ ਹਰੀ ਰਾਮਚੰਦ ਤੇ ਸੋਹਣ ਲਾਲ ਵੱਲ ਵੇਖ ਕੇ ਬੋਲੇ, ਅੱਜ ਕੱਲ੍ਹ ਦੇ ਮੁੰਡਿਆਂ ਦੀ ਤੇ ਉੱਕਾ ਹੀ ਅਕਲ ਹੀ ਮਾਰੀ ਗਈ ਹੈ। ਜੋ ਗੱਲ ਕਰਨੀ ਆਪ ਹੁਦਰਿਆਂ ਹੋ ਕੇ ਹੀ ਕਰੀ ਜਾਣੀ। ਉਹ ਭੈੜਿਓ, ਜੇ ਇਹੋ ਗੱਲ ਤੁਸੀਂ ਪਹਿਲਾਂ ਮੈਨੂੰ ਪੁੱਛ ਲੈਂਦੇ। ਇਹ ਬ੍ਰਾਹਮਣ ਕੋਈ ਤੁਹਾਡਾ ਦੁਸ਼ਮਣ ਤੇ ਨਹੀਂ ਸੀ, ਤੁਹਾਡੇ ਹੀ ਵੱਡਿਆਂ ਦੇ ਟੁਕੜੇ ਖਾ ਕੇ ਪਲਿਆ। ਜੇ ਤੁਹਾਨੂੰ ਕੋਈ ਚੰਗੀ ਮੱਤ ਨਾ ਦਿੰਦਾ ਤੇ ਬੁਰੀ ਵੀ ਨਹੀਂ ਸੀ ਦੇਣ ਲੱਗਾ। ਪਰ ਅੱਛਾ ਬਾਈ, ਸਾਨੂੰ ਕੀ ਲੱਗੇ ਇਹਨਾਂ ਝਮੇਲਿਆਂ ਨਾਲ। ਮੌਜ ਲਓ, ਜੋ ਜੀ ਆਉਂਦਾ ਉਹ ਕਰੋ, ਅਸੀਂ ਕਿਉਂ ਖਾ ਵਿੱਚ ਲੱਤ ਅੜਾਈਏ। ਇਹ ਗੱਲ ਕਹਿੰਦੇ ਪੰਡਤ ਹਰੀ ਗੋਡਿਆਂ 'ਤੇ ਹੱਥ ਰੱਖ ਕੇ ਉੱਠੇ ਤੇ ਜਾਣ ਲਈ ਤਿਆਰ ਹੋ ਪਏ। ਇਹ ਵੇਖ ਕੇ ਸਾਰਿਆਂ ਨੂੰ ਫਿਕਰ ਪੈ ਗਿਆ ਤੇ ਸਾਰੇ ਬੋਲਣ ਲੱਗ ਪਏ, ਨਾ ਮਹਾਰਾਜ, ਕੀ ਹੋ ਗਿਆ, ਬੈਠੋ, ਤੁਸੀਂ ਗੱਲ ਤੇ ਸੁਣੋ, ਗੁੱਸੇ ਕਿਉਂ ਹੋ ਗਏ ਹੋ। ਤੇ ਸਾਰੇ ਪੰਡਤ ਹਰਾਂ ਦੇ ਦੁਆਲੇ ਹੋ ਗਏ। ਕਿਸੇ ਨੇ ਪੈਰਾਂ 'ਤੇ ਸਿਰ ਧਰ ਦਿੱਤਾ ਤੇ ਕਿਸੇ ਨੇ ਹੱਥੋਂ ਸੋਟੀ ਫੜ ਲਈ ਤੇ ਕੋਈ ਰਾਹ ਰੋਕ ਕੇ ਖਲੋ ਗਿਆ। ਲਾਚਾਰ ਹੋ ਕੇ ਪੰਡਤ ਹਰਾਂ ਨੂੰ ਬੈਠਣਾ ਹੀ ਪਿਆ। ਇੰਨੇ ਚਿਰ ਨੂੰ ਕਰਮਚੰਦ ਪੰਡਤ ਹਰਾਂ ਦੇ ਕਦਮਾਂ 'ਚ ਡਿੱਗ ਪਿਆ ਤੇ ਗਿੜਗੜਾ ਕੇ ਕਹਿਣ ਲੱਗਾ, ਪੰਡਤ ਜੀ, ਇਹਦਾ ਕੋਈ ਫੈਸਲਾ ਕਰਕੇ ਹੀ ਜਾਇਓ ਜੇ, ਤੁਹਾਡੀ ਬੜੀ ਮਿਹਰਬਾਨੀ ਹੋਵੇਗੀ, ਨਹੀਂ ਤੇ ਬਰਾਦਰੀ ਨੇ ਸਾਨੂੰ ਜਿਉਣ ਨਹੀਂ ਜੇ ਦੇਣਾ। ਮਹਾਰਾਜ, ਸਾਡੀ ਇੱਜ਼ਤ ਤੁਹਾਡੇ ਹੀ ਹੱਥ ਵਿੱਚ ਏ। ਕੋਲੋਂ ਇੱਕ ਦੂਸਰਾ ਵੀ ਬੋਲਿਆ, ਹਾਂ ਮਹਾਰਾਜ, ਇਸ ਵਿਚਾਰੇ ਦੀ ਬੜੀ ਨਮੋਸ਼ੀ ਹੋ ਰਹੀ ਜੇ। ਇਹਨਾਂ ਵਿੱਚ ਮੁਨਸ਼ੀ ਮੋਹਨ ਲਾਲ ਦਾ ਪੁੱਤਰ ਦੇਵੀ ਦਿਆਲ ਵੀ ਬੈਠਾ ਹੋਇਆ ਸੀ। ਉਹ ਥੋੜ੍ਹੀ ਦੇਰ ਪਹਿਲੋਂ ਹੀ ਕਾਲਜ ਦੀ ਪੜ੍ਹਾਈ ਛੱਡ ਕੇ ਪਿੰਡ ਆਇਆ ਹੋਇਆ ਸੀ। ਉਹ ਬੋਲਿਆ, ਪੰਡਤ ਜੀ, ਸੱਚਮੁੱਚ ਇਹ ਸਵਾਬ ਦਾ ਕੰਮ ਜੇ ਤੇ ਤੁਹਾਡੇ ਵਰਗੇ ਆਲਮਾਂ ਕਰਕੇ ਹੀ ਇਹੋ ਜਿਹੀਆਂ ਮੁਸ਼ਕਲਾਂ ਸੁਧਾਰੀਆਂ ਜਾ ਸਕਦੀਆਂ ਨੇ। ਹਜੇ ਵੀ ਜੇ ਤੁਸੀਂ ਕੋਸ਼ਿਸ਼ ਕਰੋ ਤੇ ਉਹ ਵਾਪਸ ਆ ਸਕਦੀ ਹੈ। ਉਹ ਕੀ ਕਿਹਾ, ਵਾਪਸ ਆ ਸਕਦੀ ਹੈ? ਇਹ ਕਹਿ ਕੇ ਪੰਡਤ ਨੇ ਪੈਂਚਾਂ ਵੱਲ ਤੱਕ ਕੇ ਬੋਲੇ, ਉਹ ਵੇਖੀ ਜੇ ਇਸ ਪਾਗਲ ਦੀ ਅਕਲ। ਤੇ ਫਿਰ ਉਹਦੇ ਵੱਲ ਤੱਕਦਿਆਂ ਹੋਇਆਂ ਬੋਲੇ, ਉਹ ਤੂੰ ਇਹੋ ਹੀ ਪੜ੍ਹਾਈ ਕੀਤੀ ਏ? ਉਹ ਜਿੱਡਾ ਮੂੰਹ ਹੋਵੇ ਓਡੀ ਗੱਲ ਕਰੀਦੀ ਏ। ਵੱਡਿਆਂ ਦੀਆਂ ਗੱਲਾਂ ਵਿੱਚ ਤੇਰਾ ਕੀ ਕੰਮ ਹੈ ਬੋਲਣ ਦਾ? ਇਹ ਜੰਜ ਬਗਾਨੀ ਮੂਰਖ ਨੱਚੇ। ਇਸ ਦੇ ਨਾਲ ਹੀ ਸਾਰੇ ਮੋਹਨ ਲਾਲ ਵੱਲ ਤੱਕਦੇ ਹੋਏ ਉਹਦੀ ਅਕਲ 'ਤੇ ਲਾਹਨਤਾਂ ਪਾਉਣ ਲੱਗੇ। ਪਰ ਮੋਹਨ ਲਾਲ ਤੋਂ ਫਿਰ ਵੀ ਨਾ ਰਿਹਾ ਗਿਆ ਤੇ ਉਹ ਬੋਲਿਆ,
क्षमा करना पंडित जी, मैं कोई बुरी गल नहीं सी आखी। जे उस कुड़ी नूं फिर एक बारी अपनी बरादरी च रहा लिया जाए तो ये की हर्ज है। तो फिर विचारी है भी विधवा, तो जे लाला करमचंद वरी उहदी पालना नहीं कर सकते तो किसे होर। इस वारी पंडित होरां दा गुस्सा चौगुना हो गया। क्रोध नाल उसकी गल टुकदियां होयां बोले, बस बस, एहो जी भैड़ी जुबान फिर ना बोली। भला साबन मल के धोण नाल कदी खोता भी गां बन सकदा है? ਉਹ ਹਿੰਦੂ ਧਰਮ ਵਿੱਚ ਇੱਕ ਵਿਧਵਾ ਦਾ ਦੁਬਾਰਾ ਵਿਆਹ ਕਰਨ ਦੀ ਗੱਲ ਕਰਕੇ ਤੈਨੂੰ ਸ਼ਰਮ ਨਹੀਂ ਆਈ? ਮੱਥੇ ਤੇ ਦੁਹੱਥੜ ਮਾਰਦਿਆਂ ਹੋਇਆਂ ਪੰਡਤ ਜੀ ਫਿਰ ਬੋਲੇ, ਉਹ ਯਾਰੋ ਹਨੇਰਾ ਆ ਗਿਆ। ਇਹਨਾਂ ਪੜਾਕੂਆਂ ਨੇ ਤੇ ਭਾਰਤ ਦੀ ਮੱਤ ਮਾਰ ਦਿੱਤੀ ਹੈ। ਧਰਮ ਦਾ ਤੇ ਨਾ ਬੇੜਾ ਹੀ ਗਰਕ ਕਰ ਛੜਿਆ। ਹਰੀ ਓਮ ਹਰੀ ਓਮ। ਮੋਹਨ ਲਾਲ ਫਿਰ ਬੋਲਿਆ, ਪੰਡਤ ਜੀ ਤੁਹਾਡੇ ਹੀ ਬਿਆਨ ਦੇ ਮੁਤਾਬਕ ਜੇ ਖੋਤਾ ਗਾਓ ਨਹੀਂ ਬਣ ਸਕਦਾ ਤੇ ਗਾਓ ਕਿਸ ਤਰ੍ਹਾਂ ਖੋਤਾ ਬਣ ਸਕਦੀ ਹੈ? ਇਸ ਵਾਰ ਬਹੁਤ ਸਾਰੇ ਆਦਮੀ ਮੋਹਨ ਲਾਲ ਦੇ ਪਿੱਛੇ ਬਹਿ ਗਏ। ਉਹ ਬਹਿ ਜਾ ਭਈਆ, ਛੱਡ ਦੇ ਜਾਨ, ਚੁੱਪ ਕਰ ਜਾ। ਪੰਡਤ ਤਰ੍ਹਾਂ ਅੱਗੇ ਬੋਲਣਾ ਪਿਆ, ਤੈਨੂੰ ਸ਼ਰਮ ਨਹੀਂ ਆਉਂਦੀ? ਤੇ ਅਖੀਰ ਉਹਨੂੰ ਚੁੱਪ ਕਰਾ ਕੇ ਹੀ ਛੱਡਿਆ। ਫਿਰ ਲਾਲਾ ਕਨਈਆ ਲਾਲ ਬੋਲਿਆ, ਆ ਮੁੰਡਿਆ ਬਸ ਕਰ, ਕੁਛ ਸ਼ਰਮ ਕਰ। ਇੱਕ ਸ਼ਰੀਫ ਆਦਮੀ ਦੀ ਵਿਧਵਾ ਦੇ ਬਾਰੇ 'ਚ ਇੰਜ ਦੀ ਗੱਲ ਕਰਦਿਆਂ ਤੈਨੂੰ ਸ਼ਰਮ ਨਹੀਂ ਆਈ? ਫਿਰ ਤੂੰ ਇੰਨਾ ਪੜ੍ਹਿਆ ਲਿਖਿਆ, ਤੈਨੂੰ ਇਹ ਨਹੀਂ ਪਤਾ ਕਿ ਸਾਡੇ ਧਰਮ ਵਿੱਚ ਕੀ ਲਿਖਿਆ ਹੋਇਆ? ਤੇ ਫਿਰ ਪੰਡਤ ਰਾਮ ਵੱਲ ਨੂੰ ਮੂੰਹ ਕਰਦਿਆਂ ਹੋਇਆ ਬੋਲਿਆ, ਹਾਂ ਪੰਡਤ ਜੀ ਤੁਸੀਂ ਆਪਣਾ ਕੰਮ ਕਰੋ, ਇਹ ਮੁੰਡਾ ਖੰਡਾ ਹੈ, ਇਹਦੀ ਗੱਲ ਦਾ ਗੁੱਸਾ ਨਹੀਂ ਕਰੀਦਾ। ਤਾਂ ਫਿਰ ਦੱਸੋ ਹੁਣ ਉਹਦਾ ਕੀ ਬੰਦੋਬਸਤ ਕੀਤਾ ਜਾਵੇ? ਕਰਮਚੰਦ ਬੋਲਿਆ, ਜੀ ਜੇ ਉਹ ਇੱਜ਼ਤ ਨਾਲ ਆਪਣਾ ਰੰਡੇਪਾ ਕੱਟਣਾ ਚਾਹੁੰਦੀ ਤੇ ਮੇਰੇ ਘਰ ਕਿਹੜੀ ਚੀਜ਼ ਦਾ ਘਾਟਾ ਸੀ? ਪਰ ਮੈਂ ਤੇ ਉਹਦੀਆਂ ਬੁਰੀਆਂ ਹਰਕਤਾਂ ਵੇਖ ਕੇ ਵੀ ਮੱਝ ਜਿਹੜਾ ਹੌਸਲਾ ਕੀਤੀ ਰੱਖਿਆ। ਆਖਿਆ ਮਨਾ ਸਾਡਾ ਕੀ ਲੈਂਦੀ ਏ, ਜਿਹਾ ਕਰੇਗੀ ਤਿਹਾ ਭਰੇਗੀ। ਪਰ ਕਿਸੇ ਦੇ ਆਖਣ ਵਾਂਗੂ ਇਹ ਮੂੰਹੋਂ ਲੱਥੀ ਲੋਈ ਤੇ ਕੀ ਕਰੇਗਾ ਕੋਈ। ਉਹ ਤੇ ਸਾਡੇ ਅਗਲਿਆਂ ਪਿਛਲਿਆਂ ਦੀ ਇੱਜ਼ਤ ਨੂੰ ਛੱਜ 'ਚ ਪਾ ਕੇ ਤੇ ਛੱਟਣ ਤੁਰ ਪਈ ਏ। ਮੈਥੋਂ ਕੀ ਪੁੱਛਦੇ ਹੋ? ਇਹ ਪੇਟ ਫਾੜਾਂ ਤੇ ਪੱਟੀ ਕਿੱਥੇ ਬੰਨਾਂ? ਇਹ ਗੱਲਾਂ ਕੋਈ ਦੱਸਣ ਜੋਗੀਆਂ ਨੇ? ਫਿਰ ਵੀ ਸਬਰ ਦਾ ਘੁੱਟ ਭਰਿਆ। ਹੋਰ ਦੱਸੋ ਮੈਂ ਕੀ ਕਰਦਾ? ਰੱਸੇ ਪਾ ਕੇ ਤੇ ਉਹਨੂੰ ਮੈਂ ਬੰਨ੍ਹਣ ਨੂੰ ਰਿਹਾ ਤੇ ਅਖੀਰ ਤੁਸੀਂ ਜਾਣਦੇ ਹੀ ਹੋ, ਆਪੇ ਹੀ ਮੂੰਹ ਕਾਲਾ ਕਰਕੇ ਚਲੀ ਗਈ ਸੀ। ਤੇ ਫਿਰ ਚੌਹਾਂ ਪਾਸਿਓਂ ਆਵਾਜ਼ਾਂ ਆਉਣ ਲੱਗੀਆਂ, ਠੀਕ ਹੈ ਮੁੰਡਾ ਠੀਕ ਕਹਿੰਦਾ, ਉਸ ਵਿਚਾਰੇ ਨੂੰ ਕੋਈ ਓਪਰੀ ਸੀ, ਮਾਂ ਹੀ ਲੱਗਦੀ ਸੀ ਭਾਵੇਂ ਮਤਰੇਈ ਸੀ। ਓਏ ਇਹਨਾਂ ਤੇ ਢਿੱਡੋਂ ਜੰਮੀ ਔਲਾਦ ਨਹੀਂ ਕਰਦੀ, ਇਸ ਨੇ ਤੇ ਬੜਾ ਕੁਛ ਕੀਤਾ, ਉਹਦੇ ਆਪਣੇ ਹੀ ਭਾਗ ਖੋਟੇ ਸਨ। ਤੇ ਫਿਰ ਕਿਸੇ ਦਾ ਕੀ ਦੋਸ਼? ਪੰਡਤ ਹਰੀ ਕੁਝ ਸੋਚ ਕੇ ਬੋਲੇ, ਤੇ ਹੁਣ ਫਿਰ ਕੀ ਹੋਵੇ? ਬਾਬਾ ਰਾਧਾ ਸਿੰਘ ਮੱਥੇ ਤੋਂ ਪੱਗ ਪਿਛਾਂ ਕਰਦਾ ਹੋਇਆ ਬੋਲਿਆ, ਉਹ ਹੋਣਾ ਕੀ ਹੈ? ਜਿਹੜਾ ਧਰਮੋਂ ਗਿਆ ਉਹ ਵਸਤੀਓਂ ਗਿਆ, ਜਿਹੜਾ ਭਰੇ ਘਰੋਂ ਸਖਣਾ ਗਿਆ ਉਸ ਕਰਮਾਂ ਵਾਲੇ ਲਈ ਹੋਣਾ ਕੀ ਹੈ? ਹੁਣ ਉਹਨੂੰ ਰਹਿਣ ਦਿਓ ਜਿੱਥੇ ਹੈਗੀ ਹੈ, ਆਪੇ ਕਰਮਾਂ ਦਾ ਪੀਠਾ ਛਾਣੇਗੀ, ਸਾਡਾ ਕੀ ਲੈਂਦੀ ਹੈ? ਸਾਰੇ ਬੋਲੇ, ਠੀਕ ਹੈ ਬਾਬੇ ਹੋਰਾਂ ਲੱਖ ਰੁਪਈਏ ਦੀ ਗੱਲ ਕੀਤੀ ਹੈ। ਫਿਰ ਪੰਡਤ ਹਰੀ ਬੋਲੇ, ਖਿਆਲ ਤੇ ਮੇਰਾ ਵੀ ਇਹੋ ਹੀ ਹੈ ਕਿ ਕੁਲਟਾ ਨੂੰ ਉੱਥੇ ਹੀ ਰਹਿਣ ਦਿਓ, ਨਾਲੇ ਇਸ ਤੋਂ ਬਿਨਾਂ ਹੋਰ ਹੋ ਵੀ ਕੀ ਸਕਦਾ ਹੈ? ਕਿਉਂ ਵੀ ਕਰਮਚੰਦ, ਤੇਰੀ ਕੀ ਮਰਜ਼ੀ ਹੈ? ਕਰਮਚੰਦ ਖੁਸ਼ੀ ਭਰੀ ਆਵਾਜ਼ 'ਚ ਬੋਲਿਆ, ਮਹਾਰਾਜ ਜੋ ਆਪ ਦੀ ਸਲਾਹ ਉਹੀ ਮੇਰੀ ਸਲਾਹ, ਇਸ ਘਰ 'ਚ ਹੁਣ ਉਹ ਕਦੀ ਪੈਰ ਨਹੀਂ ਪਾ ਸਕਦੀ। ਨਾਲੇ ਮਹਾਰਾਜ ਦਿਲ ਤੇ ਫੁੱਲ ਟੁੱਟੇ ਜੋੜਨਾ ਅਨਹੋਣੀ ਗੱਲ ਹੈ। ਇਸ ਤੇ ਸਾਰੇ ਰਜ਼ਾਮੰਦ ਹੋ ਗਏ। ਪੰਡਤ ਹੋਰਾਂ ਦੀ ਅਕਲਮੰਦੀ ਤੇ ਕਰਮਚੰਦ ਦੀ ਦਰਿਆ ਦਿਲੀ ਦੀ ਤਾਰੀਫ ਕਰਦੇ ਹੋਏ ਸਾਰੇ ਹੌਲੀ ਉੱਠ ਕੇ ਇੱਕ ਕਰਕੇ ਤੇ ਚਲੇ ਗਏ। ਪੰਡਤ ਹਰੀ ਵੀ ਹਰੀ ਓਮ ਕਹਿ ਕੇ ਸਭ ਤੋਂ ਪਿੱਛੋਂ ਉੱਠੇ ਤੇ ਜਾਣ ਲੱਗਿਆਂ ਕਰਮਚੰਦ ਨੇ ਪੰਡਤ ਜੀ ਦੀ ਮੁੱਠ ਵਿੱਚ ਕੁਝ ਚਾਂਦੀ ਦੇ ਸਿੱਕੇ ਦਿੰਦਿਆਂ ਹੋਇਆਂ ਕਿਹਾ, ਮਹਾਰਾਜ ਸਾਡੇ ਤੇ ਕਿਰਪਾ ਰੱਖਿਓ। ਪੰਡਤ ਹਰੀ ਭਰੀ ਹੋਈ ਮੁੱਠ ਜੇਬ ਵਿੱਚ ਪਾਉਂਦਿਆਂ ਹੋਇਆਂ ਬੋਲੇ, ਔਰ ਰਹਿਣ ਦਿਓ। ਫਿਰ ਬੋਲੇ, ਹਾਂ ਸੱਚ, ਮੈਂ ਜਿਹੜੀ ਗੱਲ ਕਹੀ ਸੀ, ਹਾਂਜੀ ਮੈਂ ਉਸੇ ਵੇਲੇ ਖਵਾਜਾ ਸਾਹਿਬ ਵੱਲ ਗਿਆ ਸਾਂ। ਉਹ ਤੇ ਮੰਨਦੇ ਹੀ ਨਹੀਂ ਸਨ, ਪਰ ਤੁਹਾਡੀ ਸਿਫਾਰਿਸ਼ ਸੁਣ ਕੇ ਤੇ ਮੰਨ ਗਏ। ਹਰੀ ਓਮ, ਚਲੋ ਚੰਗਾ ਹੋ ਗਿਆ। ਤਾਂ ਫਿਰ ਕਿੰਨੇ 'ਚ ਹੋਇਆ ਕੰਮ? ਜੀ ਮਹਾਰਾਜ 50 ਦੇ ਆਇਆ ਹਾਂ ਤੇ 50 ਮਾਮਲਾ ਰਫਾ ਦਫਾ ਹੋਣ ਤੋਂ ਬਾਅਦ ਦੇਣ ਦਾ ਵਾਅਦਾ ਕਰ ਆਇਆ।
ਖੈਰ ਕੰਮ ਤੇ ਸਸਤਾ ਹੀ ਰਿਹਾ ਫਿਰ। ਇਸ ਤੋਂ ਬਾਅਦ ਆਸ਼ੀਰਵਾਦ ਦੇ ਕੇ ਪੰਡਤ ਹਰੀ ਜਾਣ ਲੱਗੇ ਤੇ ਫਿਰ ਕਰਮਚੰਦ ਨੂੰ ਥਾਪੜਾ ਦਿੰਦੇ ਹੋਏ ਡੰਗੋਰੀ ਖੜਕਾਉਂਦੇ ਹੌਲੀ ਹੌਲੀ ਘਰ ਵੱਲ ਨੂੰ ਤੁਰ ਪਏ। ਤੇ ਘਰ ਨੂੰ ਜਾਂਦਿਆਂ ਕਿਹਦੇ ਘਰ ਗਏ ਤੇ ਕਿਹਦੇ ਨਾਲ ਬੈਠਕ ਕੀਤੀ, ਇਹ ਰੱਬ ਹੀ ਜਾਣਦਾ ਹੈ। ਤੇ ਦੋਸਤੋ, ਤੁਸੀਂ ਸੁਣ ਰਹੇ ਸੋ ਪੰਜਾਬੀ ਨਾਵਲ ਸੁੰਦਰੀ ਦਾ ਅੱਜ ਚੌਥਾ ਹਿੱਸਾ। ਅੱਜ ਤੱਕ ਇੰਨਾ ਹੀ, ਫਿਰ ਮਿਲਾਂਗੇ 5ਵੇਂ ਹਿੱਸੇ ਦੇ ਨਾਲ। ਤਬ ਤੱਕ ਰੱਬ ਰਾਖਾ।